ਛੇਵਾਂ ਪੇ ਕਮਿਸ਼ਨ ਪੰਜਾਬ ਸਰਕਾਰ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਡਾਕਟਰਸ ਵੱਲੋਂ ਸਭ ਤੋਂ ਜ਼ਿਆਦਾ ਵਿਰੋਧ ਜਤਾਇਆ ਜਾ ਰਿਹਾ, ਕਿਉਂਕਿ ਡਾਕਟਰਸ ਨੂੰ ਜਿਹੜਾ ਨਾਨ ਪ੍ਰੋਫਿਟ ਅਲਾਊਂਸ ਯਾਨੀ ਕਿ ਐਨਪੀਏ ਮਿਲਦਾ ਸੀਗਾ, ਉਸ ਦਾ ਵਿੱਚ ਵੀ ਜਿਹੜਾ 20% ਦੀ ਘਾਟਾ ਕਰ ਦਿੱਤਾ ਗਿਆ ਤੇ ਉਸ ਨੂੰ ਜਿਹੜੀ ਬੇਸਿਕ ਸੈਲਰੀ ਤੋਂ ਵੀ ਜਿਹੜਾ ਡੀਲਿੰਕ ਕਰ ਦਿੱਤਾ ਗਿਆ। ਉਸੇ ਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਭਰ ਦੇ ਜਿਹੜੇ ਸਰਕਾਰੀ ਡਾਕਟਰਸ ਜਾਂ ਵੈਟਰਨਰੀ ਡਾਕਟਰਸ ਆ ਇੱਕ ਦਿਨ ਦੀ ਸਟ੍ਰਾਈਕ ਤੇ ਹੈਗੇ ਹੈ। ਤੁਸੀਂ ਵੇਖ ਸਕਦੇ ਹੋ ਕਿ ਅੱਜ ਸਾਰੇ ਡਾਕਟਰਸ ਜਿਹੜੇ ਸਿਰਫ ਐਮਰਜੈਂਸੀ ਸੇਵਾਵਾਂ ਇਸ ਵੇਲੇ ਨਿਭਾ ਰਹੇ ਨੇ, ਬਾਕੀ ਓਪੀਡੀਜ਼ ਜਾਂ ਬਾਕੀ ਜਿਹੜੀ ਹੋਰ ਸੇਵਾਵਾਂ ਸਭ ਹਰ ਹਸਪਤਾਲ ਦੇ ਵਿੱਚ ਬੰਦ ਹੈ। ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਾਕਟਰਸ ਹੈਗੇ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਨੇ। ਇੱਕ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਇਹਨਾਂ ਵੱਲੋਂ ਇੱਕ ਬਣਾਈ ਗਈ ਹੈ, ਉਸ ਦੇ ਤਹਿਤ ਇੱਕ ਵੱਡਾ ਐਲਾਨ ਕੀਤਾ ਹੈ ਕਿ ਅਗਰ ਸਰਕਾਰ ਨੇ 2 ਦਿਨਾਂ ਤੱਕ ਇਹਨਾਂ ਦੀ ਗੱਲ ਨਹੀਂ ਮੰਨੀ ਤਾਂ 1 ਜੁਲਾਈ ਜਿਸ ਦਿਨ ਡਾਕਟਰਸ ਡੇ ਹੈ ਉਸ ਦਿਨ ਇੱਕ ਵੱਡੀ ਅਨਾਉਂਸਮੈਂਟ ਡਾਕਟਰਸ ਵੱਲੋਂ ਕੀਤੀ ਜਾਏਗੀ। ਸਾਡੇ ਨਾਲ ਕੋਈ ਡਾਕਟਰਸ ਹੈ, ਗੱਲ ਕਰਦੇ ਆ। ਮੈਡਮ ਆਪਣਾ ਨਾਮ ਦੱਸੋ। ਡਾਕਟਰ ਰਵਿੰਦਰ ਬਾਵਾ, DHO SAS ਨਗਰ। ਡਾਕਟਰ ਸਾਹਿਬ, ਅੱਜ ਤੁਹਾਡਾ ਜਿਹੜਾ ਵਿਰੋਧ ਹੈਗਾ ਸਿਰਫ ਇਹ ਜਿਹੜਾ 6 ਪੇ ਕਮਿਸ਼ਨ ਜਿਹੜਾ 25% ਜਿਹੜਾ ਉਹ ਕੀਤਾ ਗਿਆ, ਘਾਟਾ ਕੀਤਾ, ਉਹਦੇ ਵਿਰੋਧ ਦੇ ਵਿੱਚ? ਹਾਂਜੀ ਬਿਲਕੁਲ ਜੀ। ਬਹੁਤ ਸਾਲ ਬਾਅਦ ਇੱਕ ਤਾਂ 10 ਸਾਲ ਬਾਅਦ 2016 ਚ ਜਿਹੜੀ DUC ਪੇ ਕਮਿਸ਼ਨ ਉਹਦੀ ਰਿਪੋਰਟ ਹੋਰ 6 ਸਾਲ ਬਾਅਦ 2021 ਚ ਆ ਰਹੀ ਹੈ, ਜਿਹਨੇ ਕਾਫੀ ਡਿਸਕਰੇਜ ਕੀਤਾ ਡਾਕਟਰਸ ਨੂੰ ਆਪਣਾ ਕੰਮ ਕਰਨ ਵਾਸਤੇ। ਉਹਨਾਂ ਨੂੰ ਇਹ ਲੱਗ ਰਿਹਾ ਕਿ ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ, ਉਦੋਂ ਉਹਨਾਂ ਨੂੰ ਠੀਕ ਰਿਵਾਰਡ ਨਹੀਂ ਮਿਲਿਆ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਸਾਡਾ NPA ਇਹਨਾਂ ਨੇ ਵਧਾਉਣ ਦੀ ਬਜਾਏ ਪੇ ਕਮਿਸ਼ਨ ਤੋਂ ਇਹ ਉਮੀਦ ਹੁੰਦੀ ਹੈ ਵੀ ਸੈਲਰੀ 'ਚ ਕੁਝ ਵਾਧਾ ਹੋਏਗਾ ਕਿਉਂਕਿ ਮਹਿੰਗਾਈ ਵੱਧਦੀ ਹੈ, ਪਰ ਉਹ ਵਾਧਾ ਹੋਣ ਦੇ ਬਜਾਏ ਸੈਲਰੀਜ਼ ਆਲਮੋਸਟ ਕਾਫੀ ਘਟ ਗਈਆਂ। ਐਨਪੀਏ ਨੂੰ ਲੈ ਕੇ ਇੱਕ ਵਿਵਾਦ ਵੀ ਹੈਗਾ, ਜਿਹੜਾ ਸਰਕਾਰ ਦਾ ਕਹਿਣਾ ਹੈ ਕਿ ਜਿਹੜਾ ਨਾਨ ਪ੍ਰੋਫਿਟ ਅਲਾਊਂਸ ਜਿਹੜਾ ਹੈਗਾ, ਨਾਨ ਪ੍ਰੈਕਟਿਸਿੰਗ ਅਲਾਊਂਸ ਜਿਹੜਾ ਹੈਗਾ, ਉਹ ਡਾਕਟਰਸ ਨੂੰ ਕਿਉਂ ਦਿੱਤਾ ਜਾਏ ਕਿ ਅਗਰ ਦੂਸਰੇ ਹੋਰ ਡਾਕਟਰਸ ਪ੍ਰੈਕਟਿਸ ਨਹੀਂ ਕਰ ਸਕਦੇ ਹੋਰ ਜਗ੍ਹਾ ਸਰਕਾਰੀ ਡਾਕਟਰ, ਤੇ ਕਿਉਂ ਦਿੱਤਾ ਜਾਏ? ਤਾਂ ਉਸੇ ਦੇ ਕਾਰਨ ਘਾਟਾ ਕੀਤਾ ਗਿਆ। ਇਹ ਸੁਪਰੀਮ ਕੋਰਟ ਨੇ ਕਿਹਾ ਸੀਗਾ, ਇਹ ਦਿੱਤਾ ਸੀ ਨਾਨ ਪ੍ਰੈਕਟਿਸਿੰਗ ਅਲਾਊਂਸ। ਇਹਦਾ ਸਿਰਫ ਨਾਮ ਨਾਨ ਪ੍ਰੈਕਟਿਸਿੰਗ ਅਲਾਊਂਸ ਹੈ, ਐਕਚੁਅਲੀ ਇਹਦਾ ਇਟਸ ਅ ਡਿਫਰੈਂਟ ਕਾਈਂਡ ਆਫ ਅਲਾਊਂਸ ਫॉर ਹਾਈ ਰਿਸਕ ਅਲਾਊਂਸ ਇਹਨੂੰ ਕਹਿਣਾ ਚਾਹੀਦਾ, ਬਿਕੋਜ਼ ਡਾਕਟਰਸ ਇੱਕ ਇਹੋ ਜਿਹੇ ਪ੍ਰੋਫੈਸ਼ਨ ਹੈ ਜਿਹੜੇ ਹਾਈਲੀ ਐਕਸਪੋਜ਼ਡ ਹੈ। ਸਭ ਤੋਂ ਜ਼ਿਆਦਾ ਬਿਮਾਰੀਆਂ ਡਾਕਟਰਸ ਨੂੰ ਲੱਗਦੀਆਂ ਕਿਉਂਕਿ ਉਹ ਸਭ ਤੋਂ ਜ਼ਿਆਦਾ ਹਾਈ ਰਿਸਕ ਤੇ ਹੈ। ਹਰ ਤਰ੍ਹਾਂ ਦਾ ਪੇਸ਼ੈਂਟ ਆਉਂਦਾ ਹੈ, ਉਹਨਾਂ ਨੂੰ ਹਰ ਤਰ੍ਹਾਂ ਦੀ ਇਨਫੈਕਸ਼ਨ ਹੋ ਸਕਦੀ ਹੈ। ਕਰੋਨਾ ਤੇ ਇੱਕ ਸਭ ਤੋਂ ਵੱਡਾ ਐਗਜ਼ਾਮਪਲ ਜਿਹੜਾ ਹੁਣ 2 ਸਾਲ ਤੋਂ ਚੱਲ ਰਿਹਾ ਹੈ, ਬਟ ਅਦਰਵਾਈਜ਼ ਵੀ ਪਹਿਲਾਂ ਵੀ ਹੈਪੇਟਾਈਟਸ ਵਗੈਰਾ ਬਹੁਤ ਸਾਰੀ ਬਿਮਾਰੀਆਂ ਹੈ ਜਿਹੜੀਆਂ ਡਾਕਟਰਸ ਨੂੰ ਲੱਗਣ ਦਾ ਸਭ ਤੋਂ ਜ਼ਿਆਦਾ ਚਾਂਸ ਹੈ। ਸੋ ਉਹਨਾਂ ਦਾ NPA ਡਿਡਕਟ ਨਹੀਂ ਘਟਾਉਣਾ ਨਹੀਂ ਚਾਹੀਦਾ ਕਿਸੇ ਵੀ ਹਾਲਤ 'ਚ। ਡਾਕਟਰ ਸਾਹਿਬ, ਤੁਹਾਡੇ ਤੋਂ ਜਾਣਨਾ ਚਾਹਾਂਗਾ, ਪਹਿਲਾਂ ਨਾਂ ਦੱਸ ਦਿਓ। ਮੇਰਾ ਨਾਮ ਡਾਕਟਰ ਚੇਤਨ ਮਹਿਤਾ, ਮੈਂ ਜਲੰਧਰ ਤੋਂ ਹਾਂ। ਡਾਕਟਰ ਮਹਿਤਾ, ਇੱਕ ਕਰੋਨਾ ਦਾ ਸਮਾਂ ਆਇਆ ਤੇ ਡਾਕਟਰਸ ਨੂੰ ਇੱਕ ਨਵਾਂ ਨਾਂ ਦਿੱਤਾ ਗਿਆ, ਕਰੋਨਾ ਵਾਰੀਅਰਸ, ਤੇ ਹਰ ਜਗ੍ਹਾ ਫੁੱਲ ਬਰਸਾਏ ਗਏ, ਤਾਲੀਆਂ ਕਾਫੀ ਬਰਸਾਈ ਗਈਆਂ। ਕੀ ਉਹਦਾ ਹੀ ਤੋਹਫਾ ਮਿਲ ਰਿਹਾ ਹੈ ਕਿ ਅਸਲ ਦੇ ਵਿੱਚ ਜਿਹੜਾ ਹੁਣ ਤੁਹਾਨੂੰ ਜਿਹੜਾ NPA ਤੁਹਾਡਾ ਘਟਾਇਆ ਗਿਆ? ਜੀ ਬਿਲਕੁਲ, ਮੈਂ ਸਮਝਦਾ ਕਿ ਇਹ ਤਾਲੀਆਂ ਜਿਹੜੀਆਂ ਵਾ ਇੱਕ ਗਾਲੀਆਂ ਦੇ ਰੂਪ ਦੇ ਵਿੱਚ ਹੁਣ ਸਾਹਮਣੇ ਆ ਰਹੀਆਂ ਵਾ। ਇਹ ਫੁੱਲ ਤੇ ਤਾਲੀਆਂ ਕੁਝ ਦਿਨਾਂ ਵਾਸਤੇ, ਕੁਝ ਮਹੀਨਿਆਂ ਵਾਸਤੇ ਸੀ, ਹੁਣ ਤਾਲੀਆਂ ਜਿਹੜੀਆਂ ਉਹ ਗਾਲੀਆਂ ਬਣ ਰਹੀਆਂ। ਇੱਕ ਡਾਕਟਰ ਦੀ ਜਗ੍ਹਾ ਜਿਹੜੀ ਆ ਉਹ ਨਾ ਹੀ ਪ੍ਰੈਸ ਰੂਮ 'ਚ ਹੁੰਦੀ, ਨਾ ਹੀ ਪ੍ਰੈਸ ਕਾਨਫਰੰਸ 'ਚ ਹੁੰਦੀ, ਨਾ ਸੜਕਾਂ ਤੇ ਹੁੰਦੀ, ਨਾ ਐਜੀਟੇਸ਼ਨ ਤੇ ਹੁੰਦੀ ਹੈ। ਡਾਕਟਰ ਜਾਂ ਆਪਣੀ OPD 'ਚ ਮਿਲਦੇ ਆ ਜਾਂ OT ਤੇ ਮਿਲਦੇ ਆ। ਔਰ ਕਰੋਨਾ ਦੇ ਦੌਰਾਨ ਡਾਕਟਰਾਂ ਨੇ ਸੜਕਾਂ ਤੇ ਖੜੇ ਹੋ ਕੇ, ਨਾਕਿਆਂ ਤੇ ਖੜੇ ਹੋ ਕੇ ਸੈਂਪਲ ਵੀ ਲਿੱਤੇ। ਮੈਂ ਆਯੁਰਵੈਦਿਕ ਡਿਪਾਰਟਮੈਂਟ ਨੂੰ ਰਿਪਰੈਜ਼ੈਂਟ ਕਰਦਾ ਵਾਂ। ਅਸੀਂ ਆਪਣੇ ਖਰਚਿਆਂ ਤੇ ਕਾੜੇ ਲੋਕਾਂ ਨੂੰ ਪਿਲਾਏ ਆ। ਸਾਡਾ 90% ਸਟਾਫ ਜਿੰਨੇ ਵੀ ਆਯੁਰਵੈਦਿਕ ਮੈਡੀਕਲ ਆਫੀਸਰਸ ਆ, 90% ਆਯੁਰਵੈਦਿਕ ਮੈਡੀਕਲ ਆਫੀਸਰਸ ਜਿਹੜੇ ਆ ਉਹ ਸੜਕਾਂ ਤੇ ਖੜੇ ਹੋ ਕੇ ਲੋਕਾਂ ਦੇ ਸੈਂਪਲ ਵੀ ਲੈ ਰਹੇ ਆ ਔਰ ਲੋਕਾਂ ਨੂੰ ਵੈਕਸੀਨੇਸ਼ਨ ਵੀ ਲਗਾ ਰਹੇ ਆ ਔਰ ਵੈਕਸੀਨੇਸ਼ਨ ਲਈ ਪ੍ਰਮੋਟ ਵੀ ਕਰ ਰਹੇ ਆ। ਔਰ ਇਸ ਸਮੇਂ ਜਿਹੜਾ ਸਾਡੇ ਨਾਲ ਬੇਇਨਸਾਫੀ ਹੋਈ ਹੈ, ਸਾਡੀ ਜੇਬ ਤੇ ਡਾਕਾ। ਪੇ ਕਮਿਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੈਸੇ ਨੂੰ ਕਿੱਥੋਂ ਬਚਾਉਣਾ ਵਾ। ਜੇ ਪੈਸੇ ਨੂੰ ਬਚਾਉਣਾ ਹੀ ਹੈ ਤਾਂ ਸਰਕਾਰ ਆਪਣੇ ਆਪਣੇ ਵਿਭਾਗਾਂ ਦੇ ਮੁਖੀਆਂ ਨੂੰ ਕਹਿ ਦੇਵੇ ਕਿ ਆਪੇ ਕੱਟ ਕਰ ਦਿਓ। ਪੇ ਕਮਿਸ਼ਨ ਬਿਠਾਉਣ ਦੀ ਕੀ ਲੋੜ ਹੈਗੀ ਆ? ਇਹ ਪੇ ਕਮਿਸ਼ਨ ਦਾ ਬਿਠਾਉਣ ਦੀ ਜ਼ਰੂਰਤ ਹੁੰਦੀ ਹੈ ਕਿ ਸਮੇਂ ਦੇ ਮੁਤਾਬਿਕ ਜੋ ਸਾਡੀ ਚੱਲ ਰਹੀ ਹੈ ਸਥਿਤੀ, ਮਹਿੰਗਾਈ ਦੀ ਦਰ ਜਿਹੜੀ ਹੈ ਉਹਦੇ ਮੁਤਾਬਿਕ ਸਾਰਿਆਂ ਨੂੰ ਇੱਕ ਅੱਛੇ ਲੈਵਲ ਤੇ ਲੈ ਕੇ ਆਉਣਾ। ਔਰ ਇਸ ਦੇ ਨਾਲ ਨਾਲ ਆਯੁਰਵੈਦਿਕ ਡਿਪਾਰਟਮੈਂਟ ਦੇ ਵਿੱਚ ਇੱਕ ਹੋਰ ਜਿਹੜੀ ਅਨੋਮਲੀ ਬਹੁਤ ਕਈ ਸਾਲਾਂ ਤੋਂ ਚੱਲਦੀ ਆ ਰਹੀ, ਉਹਨੂੰ ਐਡਰੈਸ ਨਹੀਂ ਕੀਤਾ ਗਿਆ ਕਿ ਲਗਭਗ 50 ਦੇ ਕਰੀਬ MD ਡਾਕਟਰਸ ਜਿਹੜੇ ਹੈਗੇ ਆ ਆਯੁਰਵੈਦਿਕ ਡਿਪਾਰਟਮੈਂਟ 'ਚ ਹੈ, ਜਿਹੜੇ ਆਪਣੇ ਲੈਵਲ ਤੇ ਸਪੈਸ਼ਲਾਈਜ਼ਡ ਸਰਵਿਸਿਜ਼ ਦੇ ਰਹੇ ਲੋਕਾਂ ਦੇ ਸਹਿਯੋਗ ਨਾਲ, NRIs ਦੇ ਸਹਿਯੋਗ ਨਾਲ, NGOs ਦੇ ਸਹਿਯੋਗ ਨਾਲ। ਸਰਕਾਰ ਨੇ ਐਲੋਪੈਥਿਕ ਦੇ ਵਿਭਾਗ ਦੀ ਤਰਜ਼ ਤੇ ਅੱਜ ਤੱਕ ਵੀ ਉਹਨਾਂ ਨੂੰ ਇੱਕ ਵੀ ਇਨਕਰੀਮੈਂਟ ਪੋਸਟ ਗ੍ਰੈਜੂਏਟ ਦੀ ਨਹੀਂ ਦਿੱਤੀ। ਇਹਦਾ ਵੀ ਅਸੀਂ ਅੱਜ ਰੋਸ ਪ੍ਰਗਟ ਕੀਤਾ ਸੈਕਟਰੀ ਸਾਹਿਬ ਨਾਲ। ਡਾਕਟਰ ਸਾਹਿਬ, ਇੱਕ ਗੱਲ ਅੰਦਰ ਕੀਤੀ ਗਈ ਕਿ ਡਾਕਟਰ ਸਿਰਫ ਤਾਲੀਆਂ ਲੈਣ ਲਈ ਹੈਗੇ ਹੈ, ਜਿਹੜਾ ਤੋਹਫਾ ਮਿਲਣਾ ਚਾਹੀਦਾ ਸੀ ਅਸਲ ਦੇ ਵਿੱਚ ਜਿਸ ਤਰੀਕੇ ਨਾਲ ਸੇਵਾ ਨਿਭਾਈ ਹੈ ਉਹ ਸੇਵਾ ਦਾ ਮੁੱਲ ਨਹੀਂ ਮਿਲਿਆ। ਮੰਨਦੇ ਹੋ ਤੁਸੀਂ? ਮੈਂ ਡਾਕਟਰ ਬਲਵਿੰਦਰ ਕੁਮਾਰ, ਹੋਮਿਓਪੈਥਿਕ ਮੈਡੀਕਲ ਆਫਿਸਰ ਐਸੋਸੀਏਸ਼ਨ ਦਾ ਪ੍ਰਧਾਨ ਹੈ ਜੀ। ਅਸੀਂ ਇਹ ਦੇਖਿਆ ਜਾਏ ਕਿ ਕੋਵਿਡ ਦੇ ਦੌਰਾਨ 2019 ਤੋਂ ਜਦੋਂ ਸ਼ੁਰੂ ਹੋਇਆ ਸੀਗਾ ਕਿ ਹਰ ਆਦਮੀ ਬਾਹਰ ਨਿਕਲਦਾ ਨਹੀਂ ਸੀ। ਈਵਨ ਕਿ ਬੱਚਾ ਮਾਂ-ਬਾਪ ਤੋਂ ਡਰਦਾ ਸੀ, ਮਾਂ-ਬਾਪ ਬੱਚੇ ਤੋਂ ਡਰਦੇ ਸੀ। ਔਰ ਜੇ ਸਾਰੇ ਪਰਿਵਾਰ ਦੇ ਵਿੱਚ ਇਹ ਹਾਲਤ ਹੁੰਦੀ ਸੀ ਕਿ ਇੱਕ ਦੂਸਰੇ ਦੇ ਨਾਲ ਟੱਚ ਕਰਨ ਤੋਂ ਵੀ ਡਰਦੇ ਸੀ। ਲੇਕਿਨ ਸਿਰਫ ਔਰ ਇੱਕੋ ਕੌਮ ਸੀ ਜਿਹੜੀ ਡਾਕਟਰਸ ਕੌਮ ਸੀ, ਜਿਹਦੇ ਦੇ ਵਿੱਚ ਕੋਈ ਭੇਦਭਾਵ ਨਹੀਂ ਸੀ। ਉਹਨਾਂ ਨੇ ਆਪਣਾ ਕੰਮ ਕੀਤਾ। ਇਸ ਜੂਨ ਦੇ ਵਿੱਚ, ਜੁਲਾਈ ਦੇ ਵਿੱਚ ਜਦੋਂ ਪੂਰੇ ਲੋਕੀ ਉਹ
ਪਰੇਸ਼ਾਨ ਹੁੰਦੇ ਨੇ ਗਰਮੀ ਦੇ ਵਿੱਚ, ਏਸੀ ਲਾ ਕੇ ਬੈਠੇ ਆਪਣੇ ਘਰਾਂ ਦੇ ਵਿੱਚ, ਲੋਕਡਾਊਨ ਦੇ ਵਿੱਚ ਕੈਦ ਸੀ ਤੇ ਡਾਕਟਰ ਆਪਣੇ ਘਰ ਨਹੀਂ ਜਾ ਸਕਦਾ ਸੀਗਾ। ਉਹਦੇ ਬੱਚੇ ਤੜਫਦੇ ਸੀ ਆਪਣੇ ਮਾਪੇ ਨੂੰ ਮਿਲਣ ਦੇ ਲਈ, ਉਹ ਸਿਰਫ ਸੜਕਾਂ ਦੇ ਸੀ, ਉਹ ਵੈਕਸੀਨੇਸ਼ਨ ਵੀ ਨਹੀਂ ਹੋਈ ਸੀ ਉਸ ਟਾਈਮ ਤੱਕ। ਔਰ ਕਿੰਨੇ ਜ਼ਿਆਦਾ ਡਾਕਟਰ ਸੀ ਜਿਹੜੇ ਕਿ ਕੋਵਿਡ ਪੋਜ਼ਿਟਿਵ ਹੋਏ ਸੀ। ਮੈਂ ਖੁਦ ਪੋਜ਼ਿਟਿਵ ਰਿਹਾ, ਮੈਂ 27 ਦਿਨ ਐਡਮਿਟ ਵੀ ਰਿਹਾ, ਆਪਣੇ ਘਰ ਦੇ ਵਿੱਚ ਵੀ ਰਿਹਾ, ਆਪਣੇ ਬੱਚਿਆਂ ਨੂੰ ਨਹੀਂ ਮਿਲ ਸਕਿਆ। ਇਹ ਸਾਰੇ ਡਾਕਟਰਾਂ ਦੀ ਸਥਿਤੀ ਹੈ। ਸਰਕਾਰ ਨੂੰ ਕੀ ਚਾਹੀਦਾ ਸੀਗਾ ਕਿ ਅਸੀਂ ਕਹਿੰਦੇ ਵੀ NPA ਨਹੀਂ ਦੇਣਾ ਚਾਹੀਦਾ ਜਾਂ ਬਾਕੀ ਸਾਰਿਆਂ ਨੂੰ ਮਿਲਦਾ ਹੈ, ਲੇਕਿਨ ਕਿਆ ਸਾਰਿਆਂ ਨੇ ਲੋਕਡਾਊਨ ਦੇ ਵਿੱਚ ਜਾਂ ਜੋ ਕੋਵਿਡ ਦੇ ਦੌਰਾਨ ਜਾਂ ਵੈਸੇ ਵੀ ਨਾਈਟ ਡਿਊਟੀਆਂ ਨੇ ਜਾਂ ਹੋਰ ਹੈ, ਕਿਆ ਡਾਕਟਰ ਤੋਂ ਇਲਾਵਾ ਕੋਈ ਹੋਰ ਡਿਊਟੀ ਕਰਦਾ ਹੈ? ਅਸੀਂ ਪੁੱਛਣਾ ਚਾਹੁੰਦੇ ਹਾਂ। ਸੰਸਕਾਰ ਕਰਾਉਣਾ ਹੈ ਤਾਂ ਡਾਕਟਰ ਦੀ ਟੀਮ ਜਾ ਰਹੀ ਸੀ, ਵੈਕਸੀਨੇਸ਼ਨ ਕਿਤੇ ਜਾ ਰਹੀ ਸੀ ਤਾਂ ਟੀਮ ਜਾ ਰਹੀ ਸੀਗੀ। ਹਰ ਕੰਮ ਦੇ ਵਿੱਚ ਡਾਕਟਰਸ ਪਹਿਲ ਦੇ ਆਧਾਰ ਤੇ ਹੈ। ਲੇਕਿਨ ਸਰਕਾਰ ਨੂੰ ਕੀ ਚਾਹੀਦਾ ਸੀਗਾ ਕਿ ਘੱਟੋ ਘੱਟ ਇਹਨਾਂ ਨੂੰ ਥਾਪੜਾ ਦੇਣਾ ਚਾਹੀਦਾ ਸੀ ਵੀ ਤੁਸੀਂ ਆਪਣੇ ਦੇਸ਼ ਦੇ ਲਈ, ਅਸੀਂ ਬੇਸਿਕਲੀ ਦੱਸਿਆ ਸੀ ਕਰੋਨਾ ਵੈਰੀਅਰਸ ਹਾਂ, ਅਸੀਂ ਸ਼ਹੀਦ ਹਾਂ। ਬੇਸਿਕਲੀ ਅਸੀਂ ਸ਼ਹੀਦ, ਸਾਡੇ ਜਿਹੜੇ ਡਾਕਟਰਸ ਨੇ ਸ਼ਹੀਦ ਹੋਏ ਨੇ, ਲੇਕਿਨ ਉਹਨਾਂ ਨੂੰ ਕੋਈ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਉਹਨਾਂ ਨੂੰ ਸਿਰਫ ਔਰ ਸਿਰਫ ਕੀ ਹੈ ਕਿ ਉਹਨਾਂ ਨੂੰ ਇੱਕ ਥਾਪੜਾ ਵੀ ਨਹੀਂ ਦਿੱਤਾ ਗਿਆ ਔਰ ਉਹਨਾਂ ਦਾ ਉਲਟਾ ਕਰਕੇ ਉਹਨਾਂ ਦਾ 25% ਤੋਂ 20% ਕਰ ਦਿੱਤਾ। ਇਸ ਤੋਂ ਮੈਂ ਇੱਕ ਇਲਾਵਾ ਹੋਰ ਮੈਂ ਕਰਦਾ, ਮੈਂ ਹੋਮਿਓਪੈਥੀ ਡਾਕਟਰ ਹਾਂ ਔਰ ਸਾਡੇ ਆਯੁਰਵੈਦਿਕ ਡਾਕਟਰ ਵੀ ਸੀਗੇ। ਸਾਡਾ ਜਿਹੜਾ ਸਕੇਲ ਹੈ, ਡਾਕਟਰ ਸਰਕਾਰ ਕੀ ਕਰਦੀ ਹੈ, ਡਾਕਟਰ ਦੇ ਵਿੱਚ ਵੀ ਡਿਫਰੈਂਸ ਕਰਦੀ ਹੈ। ਇੱਕ ਡਾਕਟਰ ਐਲੋਪੈਥੀ ਉਹਨੂੰ 15,600 39,100 ਹੈ, ਜਦਕਿ ਸਾਡੇ ਡਾਕਟਰਸ ਨੇ ਜਿਹੜੇ ਕੰਮ ਅਸੀਂ ਸਾਰਾ ਕੀਤਾ, ਸਭ ਬਰਾਬਰ ਕੰਮ ਕਰ ਰਹੇ ਹਾਂ ਕਿ ਕੋਈ ਡਾਕਟਰ ਨਹੀਂ ਡਾਕਟਰ ਪੁੱਛਦਾ, ਪੇਸ਼ੈਂਟ ਲਈ ਡਾਕਟਰ ਹੈ, ਉਹ ਕੰਮ ਲੈਂਦਾ ਹੈ। ਲੇਕਿਨ ਉਹਨਾਂ ਦਾ ਸਕੇਲ ਕੀ ਹੈ, ਸਾਡਾ 10,300, ਠੀਕ ਹੈ ਜੀ, 3900 ਔਰ 5400। ਦੇਖिए ਇੱਕ ਕਲੈਰੀਕਲ ਦਾ ਗ੍ਰੇਡ ਹੈ, ਕੰਮ ਡਾਕਟਰਸ ਦਾ ਲੈ ਰਹੇ ਆ। ਔਰ ਅਸੀਂ ਕਿੰਨੀ ਵਾਰੀ ਰਿਪਰੈਜ਼ੈਂਟ ਦੇ ਚੁੱਕੇ ਹਾਂ ਵੀ ਸਾਨੂੰ ਇਸ ਦੇ ਬਰਾਬਰ ਕੀਤਾ ਜਾਵੇ। ਡਾਕਟਰ ਦੇ ਵਿੱਚ ਭੇਦ ਨਾ ਰੱਖੋ, ਡਾਕਟਰ ਹੈ। ਕੋਵਿਡ ਦੇ ਵਿੱਚ ਕਿਸੇ ਨੂੰ ਵੀ ਇਹ ਨਹੀਂ ਕਿਹਾ ਗਿਆ ਕਿ ਤੁਸੀਂ ਤਾਂ ਜੀ ਹੋਮਿਓਪੈਥੀ ਡਾਕਟਰ ਹੈ ਜਾਂ ਤੁਸੀਂ ਆਯੁਰਵੈਦਿਕ ਡਾਕਟਰ ਹੈ ਜਾਂ ਤੁਸੀਂ ਐਲੋਪੈਥੀ ਡਾਕਟਰ ਹੈ। ਅਸੀਂ ਸਾਰੇ ਡਾਕਟਰਾਂ ਨੇ ਮਿਲ ਕੇ ਕੰਧੇ ਨਾਲ ਕੰਧਾ ਜੋੜ ਕੇ ਆਪਣਾ ਕੰਮ ਕੀਤਾ ਤੇ ਸਰਕਾਰ ਦੇ ਇਹਨੂੰ ਕੀਤਾ। ਜਦੋਂ ਕਿ ਅਸੀਂ ਦੇਖਿਆ ਸੀ ਸਾਡੇ ਮੰਤਰੀ ਵੀ ਸੀ, ਉਹ ਵੀ ਅੰਦਰ ਘਰਾਂ ਦੇ ਵਿੱਚ ਸੀ, ਸਿਰਫ ਡਾਕਟਰ ਸੀ। ਤੁਸੀਂ ਖੁਦ ਦੇਖਿਆ, ਤੁਸੀਂ ਮੀਡੀਆ ਪਰਸਨ ਸੀ, ਤੁਸੀਂ ਵੀ ਰੋਡ 'ਤੇ ਰਹਿੰਦੇ ਸੀਗੇ, ਤੁਸੀਂ ਵੀ ਦੇਖਿਆ ਕਿ ਸਾਰੇ ਡਾਕਟਰ ਸੀ ਉੱਥੇ ਮੌਜੂਦ ਸੀ। ਅਸੀਂ ਸਰਕਾਰ ਤੋਂ ਇਹੀ ਉਮੀਦ ਕਰਦੇ ਹਾਂ ਕਿ ਜਿਹੜਾ ਸਾਡਾ ਸਕੇਲ ਹੈ ਉਹ ਬਰਾਬਰ ਕੀਤਾ ਜਾਵੇ, ਸਾਰੇ ਡਾਕਟਰਸ ਵਿੱਚ ਫਰਕ ਨਾ ਕੀਤਾ ਜਾਵੇ। ਪਲੱਸ ਜਿਹੜੀ NPA ਦੀ ਜਿਹੜੀ ਮਾੜੀ ਸੋਚ ਜਿਹੜੀ ਕੀਤੀ ਹੈ ਪ੍ਰਾਈਵੇਟਿਜ਼ਮ ਨੂੰ ਵਧਾਉਣ ਵਾਸਤੇ, ਠੀਕ ਹੈ, ਉਸ ਚੀਜ਼ ਨੂੰ ਖਤਮ ਕਰਕੇ NPA ਦਾ ਜਿਹੜਾ ਮੁੱਦਾ ਉਹਨੂੰ ਖਤਮ ਕੀਤਾ ਜਾਵੇ। ਔਰ ਬਰਾਬਰ ਅਸੀਂ ਜਿਹੜੀ ਹੁਣ ਡਿਮਾਂਡ ਕਰਦੇ ਹਾਂ, ਹੁਣ ਅਸੀਂ 25% ਦੀ ਡਿਮਾਂਡ ਨਹੀਂ ਕਰਦੇ, ਅਸੀਂ 33% ਦੀ ਡਿਮਾਂਡ ਕਰਦੇ ਹਾਂ। ਔਰ ਅਗਲਾ ਇਹ ਹੈ ਕਿ ਜਦੋਂ ਤੱਕ ਸਾਨੂੰ ਇਹ ਚੀਜ਼ ਨਹੀਂ ਮਿਲੇਗੀ, ਅਸੀਂ ਜੁਆਇੰਟ ਜਿਹੜੀ ਐਕਸ਼ਨ ਕਮੇਟੀ ਸਾਡੀ ਬਣੀ ਹੈ ਉਹਦੇ ਆਧਾਰ ਤੇ ਅਸੀਂ ਸਾਰਾ ਕੰਮ ਕਰਾਂਗੇ। ਔਰ ਜੋ ਸਾਡੇ ਵੱਲੋਂ ਜੋ ਐਕਸ਼ਨ ਉਲੀਕਿਆ ਜਾਏਗਾ, ਅਸੀਂ ਤਨ ਮਨ ਨਾਲ ਉਸ ਨੂੰ ਉਲੀਕਾਂਗੇ। ਡਾਕਟਰ ਸਾਹਿਬ, ਮੇਰਾ ਆਖਰੀ ਸਵਾਲ ਵੀ ਇਹੀ ਹੈ ਤੁਹਾਡੇ ਤੋਂ ਕਿ ਅੱਜ ਇੱਕ ਦਿਨ ਦੀ ਤੁਸੀਂ ਸਟ੍ਰਾਈਕ ਤੇ ਹੋ ਤੇ ਅੱਗੇ ਦੀ ਕੀ ਰਣਨੀਤੀ ਹੈ? ਕਿ ਸਰਕਾਰ ਨੂੰ ਕੋਈ ਅਲਟੀਮੇਟਮ ਤੁਹਾਡੇ ਵੱਲੋਂ ਦਿੱਤਾ ਗਿਆ, ਜਿਵੇਂ ਕਿ ਦੱਸਿਆ ਗਿਆ ਕਿ 1 ਤਰੀਕ ਨੂੰ ਜਿਹੜਾ ਡਾਕਟਰਸ ਡੇ ਹੈ ਉਸ ਦਿਨ ਅਨਾਉਂਸ ਕੀਤਾ ਜਾਏਗਾ? ਸਰ, ਜੁਆਇੰਟ ਐਕਸ਼ਨ ਕਮੇਟੀ ਨੇ ਇਹ ਡਿਸਾਈਡ ਕੀਤਾ ਕਿ ਅੱਜ ਦੀ ਸਟ੍ਰਾਈਕ ਆਪਾਂ ਰੱਖਾਂਗੇ। 1 ਜੁਲਾਈ ਤੱਕ ਸਰਕਾਰ ਨੂੰ ਸਮਾਂ ਦਿੱਤਾ ਸੋਚਣ ਦਾ, ਉਸ ਤੋਂ ਬਾਅਦ ਜੋ ਵੀ ਉਹਨਾਂ ਦਾ ਆਰਡਰ ਹੋਏਗਾ ਉਸ ਨੂੰ ਫੋਲੋ ਕਰਾਂਗੇ। ਧੰਨਵਾਦ ਜੀ। ਸੋ ਤੁਸੀਂ ਸੁਣਿਆ ਇਹ ਪੰਜਾਬ ਸਰਕਾਰ ਦੇ ਜਿਹੜੇ ਡਾਕਟਰਸ ਹੈਗੇ, ਸਰਕਾਰੀ ਡਾਕਟਰ ਜਿਹੜੇ ਭਾਵੇਂ ਵੈਟਰਨਰੀ ਡਾਕਟਰ ਹੋਣ, ਸਰਕਾਰੀ ਹਸਪਤਾਲੇ ਡਾਕਟਰਸ ਹੋਣ, ਜਿਹੜੇ ਕਿ ਅੱਜ ਇੱਕ ਦਿਨ ਦੀ ਜਿਹੜੀ ਸਟ੍ਰਾਈਕ ਤੇ ਹੈਗੇ ਆ। ਹਾਲਾਂਕਿ ਐਮਰਜੈਂਸੀ ਸੇਵਾਵਾਂ ਪੂਰੀ ਤਰੀਕੇ ਨਾਲ ਉਸੇ ਤਰੀਕੇ ਨਾਲ ਚੱਲ ਰਹੀਆਂ, ਲੇਕਿਨ ਜਿਹੜੀ OPD ਸਰਵਿਸਿਜ਼ ਹੈ ਜਾਂ ਹੋਰ ਜਿਹੜੀ ਰੂਟੀਨ ਦੀ ਸਰਵਿਸਿਜ਼ ਉਹ ਅੱਜ ਜਿਹੜੀ ਹੈ ਉਹਦੀ ਸਟ੍ਰਾਈਕ ਕੀਤੀ ਗਈ ਹੈ। ਲੇਕਿਨ ਇਹਨਾਂ ਵੱਲੋਂ ਇਹੀ ਵਿਰੋਧ ਜਤਾਇਆ ਗਿਆ ਕਿ ਕਰੋਨਾ ਦੇ ਟਾਈਮ ਦੇ ਵਿੱਚ ਜਦੋਂ ਸਭ ਡਾਕਟਰਸ ਨੂੰ ਪੁੱਜ ਰਹੇ ਸੀਗੇ, ਡਾਕਟਰ ਦੇ ਉੱਤੇ ਫੁੱਲ ਬਰਸਾ ਰਹੇ ਸੀ, ਡਾਕਟਰਸ ਦੀ ਜਿਹੜੀ ਜੈ-ਜੈਕਾਰ ਕਰ ਰਹੇ ਸੀ, ਅੱਜ ਉਹੀ ਡਾਕਟਰਾਂ ਨਾਲ ਸਰਕਾਰ ਕਿਸ ਤਰੀਕੇ ਨਾਲ ਵਿਤਕਰਾ ਕਰ ਰਹੀ ਹੈ। ਜਿਹੜੇ ਇਹਨਾਂ ਨੂੰ ਜਿਹੜਾ ਨਾਨ ਪ੍ਰੈਕਟਿਸਿੰਗ ਅਲਾਊਂਸ ਜਿਹੜਾ ਮਿਲਦਾ ਸੀਗਾ 25%, ਉਸ ਨੂੰ ਵੀ ਘਟਾ ਕੇ 20% ਕਰ ਦਿੱਤਾ ਗਿਆ ਤੇ ਬੇਸਿਕ ਸੈਲਰੀ ਤੋਂ ਵੀ ਜਿਹੜਾ ਡੀਲਿੰਗ ਕਰ ਦਿੱਤਾ ਗਿਆ, ਜਿਸ ਦੇ ਵਿਰੋਧ ਦੇ ਵਿੱਚ ਅੱਜ ਡਾਕਟਰ ਸੜਕਾਂ ਤੇ ਹੈਗੇ ਤੇ ਆਪਣਾ ਵਿਰੋਧ ਜਤਾ ਰਹੇ ਨੇ ਤੇ ਸਾਫ਼ ਕਿਹਾ ਹੈ ਕਿ ਅਗਰ ਸਰਕਾਰ ਨੇ 2 ਦਿਨ ਤੱਕ ਇਹਨਾਂ ਦੀ ਮੰਗਾਂ ਨੂੰ ਨਹੀਂ ਮੰਨਿਆ ਤੇ 1 ਤਰੀਕ ਨੂੰ ਡਾਕਟਰਸ ਡੇ ਵਾਲੇ ਦਿਨ ਇੱਕ ਵੱਡੀ ਜਿਹੜੀ ਅਗਲੀ ਰਣਨੀਤੀ ਦਾ ਜਿਹੜਾ ਐਲਾਨ ਹੈ ਇਹਨਾਂ ਵੱਲੋਂ ਕੀਤਾ ਜਾਵੇਗਾ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV। All World Open Challenge 17-time gold medalist Mia Rafiq Mohammed, Pandit Maulvi Begum Tantrik, इन्ना चोरा ठग्गा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री मिया रफीक मोहम्मद। मोबाइल 84 374 94 647 84 374 94 648।